आओ ਤੁਹਾਨੂੰ ਇੱਕ ਰੀਅਲ estate ਡੀਲ ਵਿਖਾਈਏ। ਮੈਂ ਹੁਣੇ ਕੁਝ ਦਿਨ ਪਹਿਲਾਂ ਬਫਲੋ ਗਿਆ ਸੀਗਾ ਤੇ ਮੈਂ ਇੱਕ ਉੱਥੇ ਨਾ Airbnb ਵਿੱਚ ਠਹਿਰਿਆ ਹੋਇਆ ਸੀਗਾ ਤੇ ਮੈਂ ਕਿਹਾ ਚਲੋ ਮਾੜਾ ਜਿਹਾ ਖੋਲ ਕੇ ਵੇਖੀਏ ਕਿ ਇਹ ਬੰਦੇ ਨੇ ਬੜਾ ਵਧੀਆ ਬਿਜ਼ਨਸ ਜਿਹਾ ਬਣਾਇਆ ਹੋਇਆ ਹੈ ਕਿ ਇਹ ਪ੍ਰਾਪਰਟੀ ਕਿੰਨੇ ਦੀ ਲਿੱਤੀ ਹੈ। ਤੇ ਮੈਂ ਖੋਲ ਲਿਆ ਰੈਡਫਿਨ ਤੇ ਬੰਦੇ ਨੇ ਕੀ ਕੁਝ ਕੀਤਾ ਹੋਇਆ ਸੀਗਾ ਉੱਥੇ, ਕੀ ਤਾਮਝਾਮ ਕੀਤਾ ਹੋਇਆ ਸੀਗਾ, ਤੁਹਾਨੂੰ ਮੈਂ ਸਾਰਾ ਡੀਟੇਲ ਵਿੱਚ ਵਿਖਾਣਾ। ਤੇ ਸਭ ਤੋਂ ਪਹਿਲਾਂ ਤਾਂ ਆਪਾਂ ਕੰਮ ਕਰਦੇ ਹਾਂ, ਆਪਾਂ ਖੋਲ ਲੈਂਦੇ ਹਾਂ ਰੈਡਫਿਨ ਦੀ ਵੈਬਸਾਈਟ। ਲੈਟਸ ਪੁੱਟ ਇਨ ਦ ਐਡਰੈਸ ਜਿੱਥੇ ਮੈਂ ਠਹਿਰਿਆ ਹੋਇਆ ਸੀਗਾ 574 ਨਾਇਆਗਰਾ। ਅੱਛਾ ਇੱਥੇ ਆ ਗਿਆ ਫॉर ਸੇਲ। ਆਪਾਂ ਨੇ ਦੇਖਣਾ ਹੈ ਫॉर ਸੋਲਡ। ਸੋ ਇੱਥੇ ਟੌਪ ਜੋ ਕੈਟੇਗਰੀਜ਼ ਹੈਗੀਆਂ ਇਹਨੂੰ ਮੈਂ ਚੇਂਜ ਕਰ ਦੇਣਾ ਟੂ ਸੋਲਡ ਤੇ ਮੈਂ ਕਰ ਦੇਣਾ ਲਾਸਟ 5 years। ਠੀਕ ਹੈ ਜੀ, ਡਨ। ਤੇ ਇਹ ਆ ਗਈ ਪ੍ਰੋਪਰਟੀ। ਸੋ ਇਹ ਜੋ Airbnb ਵਾਲਾ ਸਾਡਾ ਹੋਸਟ ਸੀਗਾ ਬੰਦਾ, ਉਹਨੇ ਕੀ ਕੀਤਾ ਸੀਗਾ, ਹੀ ਹੈਡ 2 properties। ਸਭ ਤੋਂ ਪਹਿਲੀ ਵਾਲੀ ਖੋਲਦਾ ਮੈਂ, ਇੱਕ ਤਾਂ ਇਹ ਵਾਲੀ ਜਿਹਦੇ ਤੇ ਮੈਂ ਹਾਈਲਾਈਟ ਕਰਦਾ ਪਿਆ ਤੇ ਇੱਕ ਇਹਦੇ ਨਾਲ ਵਾਲੀ। ਇਹ ਬੰਦੇ ਨੇ ਦੋਨੋਂ ਪ੍ਰਾਪਰਟੀਆਂ ਲੈ ਰੱਖੀ ਸੀਗੀਆਂ। ਇੱਕ ਪ੍ਰਾਪਰਟੀ ਜੋ ਮੈਂ ਹੁਣ ਦਿਖਾ ਰਿਹਾ ਉਹ ਕਿੰਨੇ ਦੀ ਲਿੱਤੀ ਉਹਨੇ, $40,000 ਦੀ ਇਨ ਦ ਈਅਰ 2021। ਇਸ ਤੋਂ ਜ਼ਿਆਦਾ ਤਾਂ ਤੁਹਾਡੀ ਏਜੰਟ ਦੀ ਫੀ ਹੋਏਗੀ ਕੈਨੇਡਾ ਦੇ ਵਿੱਚ। ਪਹਿਲੀ ਗੱਲ ਤਾਂ ਤੁਹਾਨੂੰ $40,000 ਦਾ ਆਲਮੋਸਟ 2200 ਸਕੁਆਇਰ ਫੁੱਟ ਦਾ ਘਰ ਨਹੀਂ ਮਿਲੂਗਾ, ਠੀਕ ਹੈ। ਬਟ ਚਲੋ ਬਫਲੋ ਜਿਸ ਵਿਚ ਇਜ਼ 2 hours away, 2 ਘੰਟੇ ਦੂਰ। ਤੇ ਇਹ ਬੰਦੇ ਨੇ 2 ਪ੍ਰਾਪਰਟੀ ਲਿੱਤੀ ਸੀ ਜਿੱਦਾਂ ਮੈਂ ਦੱਸ ਰਿਹਾ, ਇੱਕ ਤਾਂ ਇਹ ਵਾਲੀ ਤੇ ਇਹਦੇ ਨਾਲ ਵਾਲੀ। ਤੇ ਇਹਦੀ ਨਾਲ ਵਾਲੀ ਦੇਖਦੇ ਆ ਕਿੰਨੇ ਦੀ ਹੈ, 100K ਦੀ। ਤੇ ਇਹਦੇ 'ਚ ਹੁਣ ਕੀ ਇੰਟਰਸਟਿੰਗ ਹੈਗਾ, ਇਹ ਵਿਕੀ ਹੈ March 19, 2021 ਤੇ ਇਹਦੇ ਜੋ ਨਾਲ ਵਾਲੀ ਹੈਗੀ ਹੈ ਇਹ ਵਿਕੀ ਹੈ March 19, 2021। So they were bought at the same time। Total upfront investment ਹੋਗੀ 140 ਤੇ ਇੰਨੇ ਕਰਤੀਆਂ ਕਨਵਰਟ ਦੋਨੋਂ ਉਹਦੇ 'ਚ Airbnb 'ਚ। ਤੇ ਇਹ ਹੋ ਗਿਆ ਕਿ ਉਹਨੇ ਚਲੋ ਜਦ ਪ੍ਰੋਪਰਟੀ ਲਿੱਤੀ ਤੇ ਉਹਨੂੰ ਥੋੜ੍ਹਾ ਅਪਗ੍ਰੇਡ ਕੀਤਾ, ਸਾਰਾ ਕੁਝ ਕੀਤਾ ਤੇ ਉਸ 'ਤੇ ਲੈਟਸ ਸੇ ਸਾਰਾ ਖਰਚਾ ਖੁਰਚਾ ਪਾ ਕੇ ਅਪਫਰੰਟ ਉਹਦਾ ਕਾਸਟ ਹੋ ਗਿਆ 140 ਕਿਉਂਕਿ 40,000 ਦੀ ਸੀਗੀ। 140 ਪਲੱਸ ਲੈਟਸ ਸੇ 60, ਸੋ 200 ਲੈਟਸ ਸੇ ਅਪਫਰੰਟ ਹੋ ਗਿਆ। ਵੈਸੇ ਸਾਰਾ ਸਮਾਨ ਆਈਕੀਆ ਤੇ ਐਮਾਜ਼ੋਨ ਦਾ ਹੀ ਸੀਗਾ ਅੰਦਰ। 200 ਹੋ ਗਏ। ਹੁਣ ਉਹਦੀ ਜੋ ਪ੍ਰੋਪਰਟੀ ਦੀ ਵੈਲਿਊ ਦੀ ਅਪਰੀਸ਼ੀਏਟ ਹੋਈ ਹੈ 140 ਤੋਂ, ਜੋ ਇੱਕ ਇਹ ਪ੍ਰੋਪਰਟੀ ਸੀਗੀ ਇਹ 40,000 ਤੋਂ 262 ਤੇ ਪਹੁੰਚ ਗਈ ਹੈ ਤੇ ਦੂਜੀ ਪ੍ਰੋਪਰਟੀ 100,000 ਤੋਂ 214 ਤੇ ਪਹੁੰਚ ਗਈ ਹੈ। ਸੋ ਉਹਦੀ ਪ੍ਰੋਪਰਟੀ ਦੀ ਇੱਕ ਤਾਂ ਪ੍ਰੋਪਰਟੀ ਦੀ ਵੈਲਿਊ ਅਪਰੀਸ਼ੀਏਟ ਹੋ ਗਈ। ਉੱਤੋਂ ਦੀ ਜੋ ਉਹਦਾ ਕੈਸ਼ ਫਲੋ ਹੈ ਵਿਚ ਇਜ਼ ਅਬਾਊਟ $24,000। 3 units into 400, 3 into 4 is 12, into 20, which is 24. That is for one building. And you multiply that by 2, that's 2 buildings. That's $48,000 in cash flow. So, एक तो property appreciate होगी, एक $48,000 in top line. चलो 50,000 लाके चलो, total round numbers लाके चलते हैं। $50,000 लाके चलते हैं। $50,000 into 12 कर लो, 5 2s are 10, $600,000 in top line। मैं कहना ਉਹਦੇ ਤੋਂ 50% ਤੋਂ ਅਸੀਂ ਖਰਚੇ ਕੱਢ ਦੋ। You know, if you're a little bit smart, it'll probably be like 40%, but again, we're just doing very simple maths। 50% are his expenses, which is covering his mortgage, cost of borrowing, which is covering his expenses, you know, upkeep, Airbnb, maintenance costs, ਸਾਰਾ ਕੁਝ। ਤੇ Airbnb ਦੀ fee, ਸਾਰਾ ਕੁਝ ਕੱਢ ਦੋ। He's still left with $300,000 in cash। Plus, he can take that real estate and depreciate it, so he has to pay no taxes on it। ਮਤਬਲ ਟੋਰਾਂਟੋ ਵਰਗੇ ਚੂਤੀਏ ਤੇ ਫੁੱਦੂ ਸ਼ਹਿਰ ਵਿੱਚ ਜਿਹਨੂੰ ਪ੍ਰੋਪਰਟੀ ਲੈਣ ਦਾ obsession ਹੈ, ਮਤਲਬ ਤੁਸੀਂ ਸੋਚੋ ਤੁਸੀਂ ਇੱਕ ਕਰਿਆਨੇ ਦੀ ਦੁਕਾਨ 'ਚ ਗਏ ਹੋ, ਉੱਥੇ ਇੱਕ ਸੇਬ ਪਿਆ 50 ਸੈਂਟ ਦਾ ਤੇ 15 ਮਿੰਟ ਦੂਰ ਇੱਕ ਹੋਰ ਕਰਿਆਨੇ ਦੀ ਦੁਕਾਨ ਹੈ, ਉੱਥੇ ਸੇਬ ਪਿਆ $500 ਦਾ। You will be the biggest ਚੂਤੀਆ if you go buy that save for $500। And especially when that $500 save is rotten, ਉੱਥੇ ਮੱਖੀਆਂ ਬੈਠੀ ਹੋਈਆਂ ਤੇ ਉਹਦੇ ਉੱਪਰ ਗੋਬਰ ਲੱਗੀ ਹੋਈ ਹੈ। ਚਲੋ ਬਸ ਮੈਂ ਤੁਹਾਨੂੰ ਇੱਕ ਬੜਾ ਕੁਇਕਲੀ ਵਿਖਾਉਣਾ ਚਾਹੁੰਦਾ ਸੀਗਾ ਕਿ ਟੋਰਾਂਟੋ ਦੇ ਜੋ ਰੀਅਲ ਏਸਟੇਟ ਪ੍ਰਾਈਸਿਸ ਹੈਗੇ ਆ ਉਹ ਸੰਕੀਪੰਤੀ ਹੈਗੀ ਆ, ਪਾਗਲਪੰਤੀ ਹੈਗੀ ਆ। ਇੱਦਾਂ ਥੋੜ੍ਹਾ ਹੁੰਦਾ, ਦਿਮਾਗ ਥੋੜ੍ਹਾ ਖਰਾਬ ਹੈਗਾ। ਮੈਂ ਤਾਂ ਆਪ ਸੋਚਿਆ ਹੋਇਆ ਕਿ ਮੈਂ ਹੁਣ ਆਬਵੀਅਸਲੀ ਮੈਂ ਹੁਣ ਟੋਰਾਂਟੋ 'ਚ ਰਹਿੰਦਾ, ਪਰ ਮੈਂ ਟੋਰਾਂਟੋ 'ਚ ਘਰ ਕੋਰ ਨਹੀਂ ਲੈਣ ਲੱਗਾ। ਸਭ ਤੋਂ I don't want to be a ਚੂਤੀਆ। Plus anyways, market's gonna crash, so